ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਗੁਰ ਸੇਵਾ ਵਾ ਦਰਬ ਕਰ, ਵਿਦਿਆ ਵਿਦਿਆ ਹੋਏ। ਤ੍ਰਿਤੀ ਵਿਦ ਵਿਦਿਆ ਕਰ ਹੈ, ਚੌਥੇ ਹੇਤ ਨ ਕੋਇ। ਗੁਰ ਸੇਵਾ ਵਾ ਦਰਬ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਤੀਸਰਾ ਅਧਿਆਏ ਵਿੱਦਿਆ ਦੇ ਸੰਬੰਧ ਵਿੱਚ ਪੜ੍ਹ ਰਹੇ ਹਾਂ। ਪੰਡਿਤ ਹਰਦਿਆਲ ਜੀ ਇਸ ਦੋਹਰੇ ਵਿੱਚ ਵੀ ਵਿੱਦਿਆ ਕਿਸ ਢੰਗ ਨਾਲ ਲਈ ਜਾ ਸਕਦੀ ਆ, ਕਿਹੜੇ ਤਰੀਕਿਆਂ ਨਾਲ ਪੜ੍ਹੀ ਜਾ ਸਕਦੀ, ਪ੍ਰਾਪਤ ਕੀਤੀ ਜਾ ਸਕਦੀ ਆ, ਉਹਦੇ ਸੰਬੰਧ ਵਿੱਚ ਹੁਣ ਉਚਾਰ ਰਹੇ ਆ। ਅਤੇ ਆਓ ਆਪਾਂ ਇਸ ਦੀ ਵਿਚਾਰ ਜਿਹੜੀ ਹੈ ਜਿਵੇਂ ਸਮਝ ਪੈਂਦੀ ਉਸ ਤਰੀਕੇ ਨਾਲ ਕਰੀਏ। ਅਤੇ ਇਸ ਵਿੱਚ ਦੱਸਿਆ ਗਿਆ ਹੈ ਕਿ ਸੇਵਾ ਗੁਰੂ ਦੀ ਕਰਨ ਨਾਲ ਬਹੁਤ ਗੁਰੂ ਪ੍ਰਸੰਨ ਹੁੰਦੇ ਆ, ਅਤੇ ਇਸੇ ਤਰ੍ਹਾਂ ਜਾਂ ਗੁਰੂ ਦੀ ਮਾਇਆ ਨਾਲ ਕਰਕੇ ਸੇਵਾ ਵਿੱਦਿਆ ਪੜ੍ਹੀ ਜਿਹੜੀ ਹੈ ਫਲੀ ਭੂਤ ਹੋ ਜਾਂਦੀ ਆ। ਸੋ ਆਓ ਆਪਾਂ ਵਿਚਾਰ ਕਰੀਏ। ਗੁਰ ਸੇਵਾ ਵਾ ਦਰਬ ਕਰ, ਵਿੱਦਿਆ ਤਿੰਨ ਪ੍ਰਕਾਰ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਆ, ਉਹ ਇਸ ਦੋਹਰੇ ਵਿੱਚ ਲਿਖਿਆ ਹੈ। ਪਹਿਲਾਂ ਇਹ ਹੈ ਕਿ ਆਪਣੇ ਗੁਰੂ ਦੀ ਸੇਵਾ, ਗੁਰ ਸੇਵਾ, ਕਿ ਗੁਰੂ ਦੀ ਸੇਵਾ ਟਹਿਲ ਕਰਨ ਨਾਲ ਵਿੱਦਿਆ ਪ੍ਰਾਪਤ ਹੁੰਦੀ ਹੈ। ਕਿਉਂਕਿ ਗੁਰੂ ਦੀ ਸੇਵਾ ਕਰਨ ਨਾਲ, ਗੁਰੂ ਦੀ ਮੁੱਠੀ ਚਾਬੀ ਕਰਨ ਦੇ ਨਾਲ ਗੁਰੂ ਪ੍ਰਸੰਨ ਹੁੰਦੇ ਆ, ਪ੍ਰਸੰਨ ਹੋ ਕੇ ਵਿੱਦਿਆ ਦੀ ਦਾਤ ਬਖਸ਼ ਦਿੰਦੇ। ਦੂਸਰਾ ਕਾਰਨ ਵਾ ਕਹੀਏ ਅਥਵਾ ਵਾ ਕਹੀਏ ਜਾਂ ਦੂਸਰਾ ਕਾਰਨ ਇਹ ਆ ਦਰਬ ਕਰ, ਕਿ ਜੇਕਰ ਕੋਲ ਧਨ ਹੋਵੇ, ਮਾਇਆ ਹੋਵੇ, ਤਾਂ ਆਪਣੇ ਗੁਰੂ ਨੂੰ ਦਰਬ ਕਹੀਏ ਧਨ ਜਿਹੜਾ ਹੈ ਉਹ ਦੇਣਾ, ਕਰ ਕਹੀਏ ਕਰਕੇ ਵਿੱਦਿਆ ਪ੍ਰਾਪਤ ਕਰੀ ਜਾ ਸਕਦੀ। ਜਿਵੇਂ ਅੱਜ ਕੱਲ੍ਹ ਸਕੂਲ ਖੁੱਲ੍ਹੇ ਆ, ਕਾਲਜ ਖੁੱਲ੍ਹੇ ਆ, ਅਤੇ ਬੱਚੇ ਫੀਸਾਂ ਦੇ ਕੇ ਵਿੱਦਿਆ ਪੜ੍ਹਦੇ ਆ। ਇਸ ਤਰ੍ਹਾਂ ਧਨ ਗੁਰੂ ਨੂੰ ਦੇ ਕਰਕੇ ਵਿੱਦਿਆ ਪੜ੍ਹੀ ਜਾ ਸਕਦੀ ਹੈ। ਦਰਬ ਕਰਕੇ, ਧਨ ਕਰਕੇ ਵਿੱਦਿਆ ਵਿਦਿਆ ਹੋਏ। ਅਤੇ ਤੀਸਰਾ ਕਾਰਨ ਇਹ ਆ ਕਿ ਜੋ ਵਿੱਦਿਆ ਆਪ ਆਪਾਂ ਪੜ੍ਹੀ ਆ ਉਹ ਕਿਸੇ ਦੂਸਰੇ ਨੂੰ ਪੜ੍ਹਾ ਦੇਣ। ਜੋ ਆਪ ਗ੍ਰੰਥ ਪੜ੍ਹੇ ਦੂਜੇ ਨੂੰ ਪੜ੍ਹਾ ਦੇਣੇ, ਅਤੇ ਦੂਸਰੇ ਕੋਲੋਂ ਜਿਹੜਾ ਹੋਰ ਕੋਈ ਹੁਨਰ ਵਿੱਦਿਆ ਹੈ ਉਹਦੇ ਕੋਲ ਸਿੱਖ ਲੈਣੀ। ਜੋ ਆਪ ਨੂੰ ਨਾ ਆਉਂਦੀ ਹੋਵੇ ਉਹਦੇ ਕੋਲ ਸਿੱਖ ਲੈਣੀ, ਜਿਹੜੀ ਉਹਨੂੰ ਨਹੀਂ ਆਉਂਦੀ ਉਹਨੂੰ ਸਿਖਾ ਦੇਣੀ। ਇਸ ਪ੍ਰਕਾਰ ਇਹਨਾਂ ਤਿੰਨਾਂ ਢੰਗਾਂ ਨਾਲ ਵਿੱਦਿਆ ਪ੍ਰਾਪਤ ਹੁੰਦੀ ਆ। ਤਿੰਨ ਢੰਗ ਆ: ਗੁਰੂ ਦੀ ਸੇਵਾ, ਪੈਸੇ ਕਰਕੇ, ਅਤੇ ਜੋ ਵਿੱਦਿਆ ਆਪ ਪੜ੍ਹੀ ਉਹ ਦੂਜੇ ਨੂੰ ਪੜ੍ਹਾ ਦਿਓ, ਜੋ ਦੂਜੇ ਨੇ ਪੜ੍ਹੀ ਆ ਉਹਦੇ ਕੋਲ ਪੜ੍ਹ ਲਓ। ਅਤੇ ਇੱਦਾਂ ਵੀ ਹੁੰਦਾ ਜੋ ਆਪ ਨੂੰ ਆਉਂਦੀ ਦੂਜੇ ਨੂੰ ਪੜ੍ਹਾਓਗੇ ਤਾਂ ਉਹ ਵੀ ਫਲੀ ਭੂਤ ਹੁੰਦੀ ਆ, ਉਹਦੇ ਵਿੱਚ ਵਧੀਕੀ ਹੁੰਦੀ ਆ, ਅਧਿਕਤਾ ਹੁੰਦੀ ਆ। ਵਿੱਦਿਆ ਵਿਦਿਆ ਹੋਏ। ਜੋ ਵਿੱਦਿਆ ਆਪ ਨੂੰ ਆਉਂਦੀ ਆ ਉਹ ਵਿੱਦਿਆ ਦੂਜੇ ਨੂੰ ਪੜ੍ਹਾਓ, ਉਹ ਤੋਂ ਹੀ ਵਿੱਦਿਆ ਫਲੀ ਭੂਤ ਹੋਏ ਪਈ ਹੁੰਦੀ ਆ, ਜ਼ਿਆਦਾ ਆਉਂਦੀ। ਤ੍ਰਿਤੀ ਬਿਰਧ ਵਿਦਿਆ ਕਰ ਹੈ। ਇਸ ਪ੍ਰਕਾਰ ਕਈ ਨੇ ਇਹ ਵੀ ਪਾਠ ਕਰ ਲੈਂਦੇ, ਵੇਦ ਪਾਠ, ਜਿੱਦਾਂ ਆਪਾਂ ਪਹਿਲਾਂ ਪੜ੍ਹਿਆ ਕਿ ਤਿੰਨ ਵਿਧੀਆਂ ਕਰਕੇ, ਤਿੰਨ ਵੇਦ ਕਹੀਏ ਤਰੀਕੇ, ਤਿੰਨ ਤਰੀਕਿਆਂ ਤਿੰਨ ਵਿਧੀਆਂ ਕਰਕੇ ਵਿੱਦਿਆ ਜਿਹੜੀ ਆ ਉਹ ਫਲੀ ਭੂਤ ਹੋਣਾ ਕਰਦੀ, ਵਧਣਾ ਕਰਦੀ। ਅਤੇ ਦੂਸਰਾ ਪਾਠ ਬ੍ਰਿਧ ਪਾਠ ਵੀ ਕੀਤਾ ਹੋਇਆ। ਤ੍ਰਿਤੀ ਬ੍ਰਿਧ ਵਿਦਿਆ ਕਰ, ਕਿ ਇਹ ਜਿਹੜੇ ਤ੍ਰਿਤੀ ਕਹੀਏ ਤਿੰਨ ਪ੍ਰਕਾਰ ਹਨ, ਤਿੰਨ ਪ੍ਰਕਾਰ ਕਰਕੇ ਪੜ੍ਹੀ ਹੋਈ ਜਿਹੜੀ ਵਿੱਦਿਆ, ਜਿਹੜੇ ਉਪਰੋਕਤ ਆਪਾਂ ਹੁਣੇ ਪੜ੍ਹੇ ਆ, ਇਹਨਾਂ ਤਿੰਨਾਂ ਕਾਰਨਾਂ ਕਰਕੇ ਬ੍ਰਿਧ ਜਿਹੜੀ ਵਿੱਦਿਆ ਵਾ ਉਹ ਵਧਣਾ ਕਹੀਏ ਕਰਦੀ ਆ। ਹੋਰ ਕੋਈ ਹੱਲ ਕਾਰਨ ਹੈ ਅਤੇ ਕਹਿੰਦੇ ਚੌਥਾ ਹੇਤ ਨਾ ਕੋਈ, ਹੋਰ ਕੋਈ ਕਹੀਏ ਕੋਈ, ਚੌਥੇ ਕਹੀਏ ਚੌਥਾ ਹੇਤ ਜਿਹੜਾ ਕਾਰਨ ਨਹੀਂ ਹੈ ਜਿਸ ਪ੍ਰਕਾਰ ਵਿੱਦਿਆ ਪੜ੍ਹੀ ਜਾ ਸਕੇ। ਇਸ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ ਹੈ। ਹਾਂਜੀ, ਹੁਣ ਵਿੱਦਿਆ ਦੀ ਜਿਹੜੀ
ਮਹਿਮਾ ਆ ਉਹ ਦੱਸਣਗੇ। ਹੁਣ ਵਿਦਿਆ ਦੀ ਮਹਿਮਾ ਸੋਭਾ ਬਾਬਤ ਬਾਰੇ ਕਥਨ ਕਰਨਗੇ। ਦੋਹਰਾ ਵਿਦਿਆ ਉਦਮ ਸ਼ਿਲਪਤਾ। ਵਿਦਿਆ ਦੀ ਉਪਮਾ ਪੰਡਿਤ ਹਰਦਿਆਲ ਜੀ ਇਸ ਦੋਹਰੇ ਵਿੱਚ ਕਰਨ ਲੱਗੇ। ਕਹਿੰਦੇ ਆ ਵੀ ਕਥਨ ਕਰਦੇ ਵੀ 14 ਪ੍ਰਕਾਰ ਦੀ ਵਿਦਿਆ ਵਿੱਚੋਂ ਕਿਸੇ ਪ੍ਰਕਾਰ ਦੀ ਵੀ ਵਿਦਿਆ ਜਿਹੜੀ ਹੈ ਉਹ ਉਦਮ ਸ਼ਿਲਪਤਾ ਕੀ ਚਿੱਤਰਕਾਰੀ ਜਾਣਨ ਵਾਲਾ ਪੰਡਿਤ ਸੰਗ੍ਰਹਿ ਮੀਤ। ਪੰਡਿਤ ਕਹੀਏ ਵਿਦਵਾਨ ਭਾਵ ਸਾਰੇ ਸ਼ਾਸਤਰਾਂ ਵਿੱਚ ਕੁਸ਼ਲ ਹੋਣਾ, ਅਤੇ ਮੀਤ ਕਹੀਏ ਮਿੱਤਰਾਂ ਦਾ ਸੰਗ੍ਰਹਿ ਕਹੀਏ ਇਕੱਠ ਹੋਣਾ। ਅਖੈ ਨਾ ਭੈ ਤਸਕਰ ਇਨੈ ਕਹੀਏ ਇਹਨਾਂ ਨੂੰ ਤਾਂ ਨਾ ਤਾਂ ਕੋਈ ਕਿਸੇ ਦਾ ਭੈ ਕਹੀਏ ਡਰ ਹੁੰਦਾ, ਨਾ ਤੇ ਕੋਈ ਡਰ ਹੁੰਦਾ, ਨਾ ਕੋਈ ਤਸਕਰ ਕਹੀਏ ਚੋਰ ਚੋਰੀ ਕਰ ਸਕਦਾ ਜਿੰਨਾ ਕੋਈ ਹੁਨਰ ਹੈ, ਅਤੇ ਨਾ ਹੀ ਇਹਨਾਂ ਗੁਣਾਂ ਦਾ ਕਦੀ ਅਖੈ ਕਹੀਏ ਨਾਸ ਹੁੰਦਾ। ਹਾਂਜੀ, ਅਖੈ ਭਾਈ ਕਹੀਏ ਖੈ ਨਾਮ ਨਾਸ ਦਾ ਹੁੰਦਾ, ਅਖੈ ਕਹੀਏ ਨਾ ਦਾ। ਨਾਸ ਆ ਕਹੀਏ ਨਹੀਂ, ਨਾਸ ਨਹੀਂ ਹੁੰਦਾ। ਇਹ ਪਾਂਚ ਨਿੱਧਾ ਸੁਖ ਨੀਤ। ਇਹ ਪਾਂਚ ਕਹੀਏ ਪੰਜ ਗੁਣ ਕਿਹੜੇ ਆ ਜਿਹੜੇ ਹੋਣੇ ਪੜੇ। 14 ਪ੍ਰਕਾਰ ਦੀ ਵਿਦਿਆ ਵਿੱਚੋਂ ਕਿਸੇ ਪ੍ਰਕਾਰ ਦੀ ਵਿਦਿਆ ਆਪਣੇ ਕੋਲ ਹੋਣੀ। ਫਿਰ ਉਦਮ ਹੋਣਾ ਸਰੀਰ ਅੰਦਰ। ਸ਼ਿਲਪਤਾ ਕਹੀਏ ਕੋਈ ਚਿੱਤਰਕਾਰੀ ਸਿੱਖੀ ਹੋਣੀ ਜਿਹੜੀ ਆਪਾਂ ਜਾਣਦੇ ਹਾਂ। ਪੰਡਿਤ ਕਹੀਏ ਪੰਡਿਤ ਹੋਣਾ, ਵਿਦਵਾਨ ਹੋਣਾ ਭਾਵ ਸਾਰੇ ਸ਼ਾਸਤਰਾਂ ਵਿੱਚ ਜਾਣਕਾਰ ਹੋਣਾ, ਸੁਜਾਨ ਹੋਣਾ। ਸੰਗ੍ਰਹਿ ਮੀਤ ਅਤੇ ਮਿੱਤਰਾਂ ਦਾ ਸੰਗ੍ਰਹਿ ਕਹੀਏ ਇਕੱਠ ਹੋਣਾ। ਇਹ ਪੰਜ ਜਿਹੜੀ ਚੀਜ਼ਾਂ ਵਿਦਿਆ ਉਦਮ ਸ਼ਿਲਪਤਾ 3, ਪੰਡਿਤ ਵਿਦਵਾਨ 4, ਸੰਗ੍ਰਹਿ ਮੀਤ 5। ਇਹ ਜਿਹੜੇ 5 ਗੁਣ ਆ, ਪਾਂਚ ਨਿੱਧਾ, ਇਹ ਤਾਂ ਭਾਈ ਪੰਜੇ ਗੁਣ ਨਿੱਧਾ ਕਹੀਏ 9 ਨਿੱਧੀਆਂ ਦੀ ਨਿਆਈ ਆ। ਅਤੇ ਸੁਖ ਨੀਤ ਕਹੀਏ ਹਮੇਸ਼ਾ ਸਦਾ ਹੀ ਸੁੱਖ ਦੇਣ ਵਾਲੇ ਆ, ਇਹਨਾਂ ਨੂੰ ਕੋਈ ਖੋ ਨਹੀਂ ਸਕਦਾ। ਨਾ ਅਖੈ ਕਹੀਏ ਵਿਦਿਆ ਪੜ੍ਹੀ ਉਦਮ ਕੀਤਾ ਸ਼ਿਲਪਤਾ, ਇਹਨੂੰ ਕੌਣ ਖੋ ਸਕਦਾ। ਵਿਦਵਾਨ ਹੋਣਾ ਸੰਗ੍ਰਹਿ ਮੀਤ ਨੂੰ ਕੋਈ ਥੋੜ੍ਹੀ ਖੋ ਸਕਦਾ, ਇਹ ਅੰਤਰੀ ਗੁਣ ਆ। ਅਤੇ ਨਾ ਹੀ ਇਹਦਾ ਕੋਈ ਸਾਨੂੰ ਭੈ ਆ ਵੀ ਸਾਡਾ ਨੁਕਸਾਨ ਕਰ ਦੇਣਗੇ, ਸਾਡੇ ਅੰਦਰ ਹੀ ਹੈ ਕਿ ਅਤੇ ਨਾ ਇਹਦਾ ਨਾ ਭੈ ਤਸਕਰੇ ਨੇ ਸਿੱਧਾ ਅਰਥ ਲਾਉਣ ਲਈ ਵੀ ਚੋਰਾਂ ਦਾ ਵੀ ਕੋਈ ਭੈ ਨਹੀਂ ਵੀ ਮੇਰੇ ਕੋਲ ਚੁਰਾ ਕੇ ਲੈ ਜਾਏਗਾ। ਹੁਨਰ ਤਾਂ ਆਪਣੇ ਕੋਲ ਹੈ। ਇਹ ਪੰਜੇ ਨਿੱਧੀਆਂ ਨਾ, ਪੰਜੇ ਖਜ਼ਾਨੇ ਸੁੱਖ ਦੇਣ ਵਾਲੇ ਨੀਤ ਕਹੀਏ ਹਮੇਸ਼ਾ ਹੀ। ਇਹਦਾ ਇੰਨਾ ਜਿਹੜਾ ਲਾਹਾ ਹੈ। ਇਸ ਦੋਹਰੇ ਵਿੱਚ ਮਤਲਬ ਇਹੀ ਦੱਸਿਆ ਵਾ ਵੀ ਪ੍ਰਸ਼ਨ ਹੀ ਆ ਮਾਨੋ ਵੀ ਵਿਦਿਆ ਕੀ ਹੈ। ਵੀ ਵਿਦਿਆ ਵਿਗਿਆਨ ਆ, ਸਾਇੰਸ ਆ, ਇਤਿਹਾਸ ਆ, ਸਾਹਿਤ ਵਿਦਿਆ। ਵਿਦਿਆ ਕੀ ਆ ਵੀ ਵਿਗਿਆਨ ਆ, ਸਾਇੰਸ ਆ, ਇਤਿਹਾਸ ਆ, ਸਾਹਿਤ ਵਿਦਿਆ। ਅੱਗੇ ਉਹਦੀ ਜਿਹੜੀ ਹੈ ਖਜ਼ਾਨਿਆਂ ਵਜੋਂ ਸਿਫਤ ਸ਼ਲਾਘਾ ਕੀਤੀ, ਜਿਵੇਂ 9 ਨਿੱਧੀਆਂ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਕਿ ਪਦਮ 1, ਮਹਾਪਦਮ 2, ਸੰਖ 3, ਮਕਰ 4, ਕੱਛਪ 5, ਮੁਕਾਂਦ 6, ਪੁੰਦ 7, ਨੀਲ 8 ਅਤੇ 9 ਵਰਚ। ਮਾਰਕੰਡਾ ਜਿਹੜਾ ਪੁਰਾਣ ਹੈ ਉਹਦੇ 18ਵੇਂ ਅਧਿਆਏ ਵਿੱਚ ਲਿਖਿਆ ਹੈ ਕਿ ਪਦਮਨੀ ਨਾਮ ਦੀ ਜਿਹੜੀ ਵਿਦਿਆ ਦੇਵੀ ਦੇ ਆਸਰੇ ਸਿੱਧੀਆਂ ਰਹਿੰਦੀਆਂ ਹਨ, ਅਤੇ ਇਸ ਦੇ ਲੇਖ ਤੋਂ ਸਿੱਧ ਹੁੰਦਾ ਕਿ ਇਹ ਸਿੱਧੀਆਂ ਖਾਸ ਰਤਨ ਰੂਪ ਹਨ। ਇਹਨਾਂ ਦੇ ਵੱਖ-ਵੱਖ ਗੁਣ ਦੱਸੇ। ਹਾਂਜੀ, ਵੀ ਜਿਵੇਂ ਆ ਪਦਮ ਨਿਧੀ ਹੋਵੇ ਤਾਂ ਉਹ ਸਤੋ ਗੁਣੀ, ਇਸ ਤੋਂ ਪੁੱਤ ਪੋਤੇ ਵੱਧਦੇ ਆ, ਸੋਨਾ ਚਾਂਦੀ ਆਦਿ ਸਭ ਧਾਤਾਂ ਪ੍ਰਾਪਤ ਹੁੰਦੀਆਂ। ਜਿਹੜੀ ਮੁਕੰਦ ਨਿਧੀ ਆ ਇਹ ਰਜੋਗੁਣ ਇਹਦੇ ਵਿੱਚ ਪ੍ਰਧਾਨ ਆ, ਰਾਜਸੀ ਸੁਭਾਅ ਵਾਲੀ ਹੈ ਭਾਵ ਇਸ ਤੋਂ ਸੰਗੀਤ ਵਿਦਿਆ ਦੀ ਪ੍ਰਾਪਤੀ ਹੁੰਦੀ ਆ। ਕਵੀ ਜਿਹੜੇ ਗਵਈਏ ਲੋਕ ਆ ਹਰ ਵੇਲੇ ਹਾਜ਼ਰ ਰਹਿੰਦੇ। ਜੇ ਆਪਣੇ ਕੋਲ ਨਿਧੀ ਹੋਵੇ ਨਾ ਮੁਕੰਦ ਨਿਧੀ,
ਅਤੇ ਇਹਦੇ ਨਾਲ ਸੰਗੀਤ ਵਿੱਦਿਆ ਪ੍ਰਾਪਤ ਹੁੰਦੀ ਆ। ਅਤੇ ਜਿਹੜੇ ਕਵੀ ਗਵਈਏ ਲੋਕ ਹਰ ਵੇਲੇ ਹਾਜ਼ਰ ਰਹਿੰਦੇ ਆਪਣੀ ਹਜ਼ੂਰੀ ਵਿੱਚ। ਜਿਹੜੀ ਮਕਰ ਨਿਧੀ ਹੈ ਇਹ ਤਮੋ ਗੁਣੀ, ਅਤੇ ਇਸ ਤੋਂ ਤਮੋ ਗੁਣੀ ਭਾਵ ਜਿਹਦੇ ਵਿੱਚ ਥੋੜ੍ਹਾ ਝਗੜਾ ਵੀ ਹੋ ਜਾਏ, ਭਾਵ ਇਸ ਤੋਂ ਸ਼ਾਸਤਰ ਵਿੱਦਿਆ ਦੀ ਪ੍ਰਾਪਤੀ ਹੁੰਦੀ। ਸਭ 'ਤੇ ਹਕੂਮਤ ਕਰਦਾ ਮਨੁੱਖ ਜਿਤ ਕੋ ਮਕਰ ਨਿਧੀ। ਇਸ ਤਰ੍ਹਾਂ ਸਾਰੀਆਂ ਹੀ ਸਿੱਧੀਆਂ ਦਾ ਵਰਣਨ ਹੈ ਮਹਾਨ ਕੋਸ਼ ਵਿੱਚ ਦੱਸਿਆ ਹੋਇਆ ਵਾ ਬੜੇ ਵਿਸਥਾਰ ਨਾਲ। ਸੋ ਆਪਾਂ ਇਹਦਾ ਵਿਸ਼ਾ ਨਹੀਂ ਆਪਣਾ, ਆਪਾਂ ਤਾਂ ਉਹ ਨਿੱਧਾਂ ਸ਼ਬਦ ਤੋਂ 9 ਨਿੱਧੀਆਂ ਦੱਸੀਆਂ ਵੀ। ਇਹ 9 ਨਿੱਧੀਆਂ ਪਦਮ, ਮਹਾਪਦਮ, ਸੰਖ, ਮਕਰ, ਕੱਛਪ, ਮੁਕੰਦ, ਕੁੰਦ, ਨੀਲ ਅਤੇ ਵਰਚ। ਇਸ ਤਰ੍ਹਾਂ ਵੱਖੋ ਵੱਖਰੇ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ। ਸੋ ਜਿਹੜੀ ਆ ਵਿੱਦਿਆ ਕਿਸੇ ਵੀ ਤਰ੍ਹਾਂ ਦੀ ਉਹ ਫਲੀ ਭੂਤ ਬਹੁਤ ਹੁੰਦੀ ਆ। ਅਤੇ ਸਾਡੇ ਕੋਲ ਜੇ ਹੁਨਰ ਆ, ਕੋਈ ਸਕੂਲ ਪੜ੍ਹਾਈ ਕੀਤੀ, ਕੋਈ ਪੜ੍ਹਾਈ ਕੀਤੀ ਹੈ, ਹਾਂਜੀ, ਕੋਈ ਉੱਦਮ ਹੋਣਾ, ਫਿਰ ਸ਼ਿਲਪ ਦਾ ਕੋਈ ਚਿੱਤਰਕਾਰੀ ਤਕਨੀਕੀ ਹੁਨਰ ਹੋਣਾ, ਕੁਝ ਗੁਣ ਸਿੱਖਿਆ ਹੱਥਾਂ ਨਾਲ ਵਾਹੁਣ ਵੂਹਣ ਵਾਲਾ, ਵਿਦਵਾਨ ਬਣਨਾ, ਬਹੁਤ ਸਾਰੇ ਸੱਜਣਾ ਮਿੱਤਰਾਂ ਦਾ ਮੇਲ ਹੋਣਾ, ਇਹ ਬਹੁਤ ਸੁੱਖਾਂ ਦੇ ਭੰਡਾਰ ਆ ਇਹ। ਅਤੇ ਇਹਨਾਂ ਨੂੰ ਚੋਰ ਚੂਰ ਦਾ ਕੋਈ ਡਰ ਨਹੀਂ ਹੈਗਾ, ਨਾ ਇਹ ਨਾਸ਼ ਹੀ ਹੁੰਦੇ, ਨਾਸ਼ ਤੋਂ ਰਹਿਤ ਗੁਣ ਆ ਇਹ। ਇਸ ਕਰਕੇ ਇਹਨਾਂ ਨੂੰ ਧਾਰਨ ਕਰਨਾ ਚਾਹੀਦਾ। ਬੜੀ ਵੱਡੀ ਕਲਾ ਇਹਦੇ ਵਿੱਚ ਹੈ। ਦੋਹਰਾ, ਗੁਪਤ, ਪ੍ਰਸੰਨ, ਅਤੁੱਲ ਧਨ। ਹੁਣ ਜੀ ਪੰਡਿਤ ਹਰਦਿਆਲ ਜੀ ਜਿਹੜੇ ਹੈ ਇਸ ਦੋਹਰੇ ਵਿੱਚ ਦੱਸ ਰਹੇ ਆ ਗੁਪਤ, ਪ੍ਰਸੰਨ, ਅਤੁੱਲ ਧਨ, ਕਿ ਜਿਹੜੀ ਵਿੱਦਿਆ ਆ ਗੁਪਤ ਕਹੀਦਾ ਵਾ ਅਲੋਪ ਨੂੰ, ਅਤੇ ਅਲੋਪ ਗੁਪਤ। ਹੁਣ ਵਿੱਦਿਆ ਦੀ ਉਪਮਾ ਇਹਦੇ ਵਿੱਚ ਕਥਨ ਕਰਨ ਲੱਗੇ ਇਸੇ ਦੋਹਰੇ ਵਿੱਚ ਵੀ, ਗੁਪਤ, ਪ੍ਰਸੰਨ, ਅਤੁੱਲ ਧਨ, ਕਿ ਇਹ ਜਿਹੜੀ ਵਿੱਦਿਆ ਵਾ ਇੱਕ ਤਾਂ ਹੈ ਗੁਪਤ ਹੀ ਆ ਨਾ, ਜੋ ਸਾਡੇ ਅੰਦਰ ਆਉਂਦੀ ਆ, ਕਿਸੇ ਨੂੰ ਕੀ ਪਤਾ ਕਿੰਨੀ ਆਉਂਦੀ। ਫਿਰ ਪ੍ਰਸੰਨ ਕਹੀਏ ਹਲਕੀ ਹੈ, ਇਹਦਾ ਕੋਈ ਬਹੁਤਾ ਭਾਰ ਨਹੀਂ ਹੈ। ਕਿੰਨਾ ਵੀ ਪੜ੍ਹੇ ਇਹਦਾ ਸਾਨੂੰ ਭਾਰ ਥੋੜ੍ਹੀ ਵੀ ਮੈਂ ਇੰਨਾ ਪੜ੍ਹਿਆ ਮੇਰਾ ਸਿਰ 'ਤੇ ਭਾਰ ਆ ਗਿਆ। ਹਲਕੀ ਹੈ, ਪ੍ਰਸੰਨ ਕਹੇ ਹਲਕਾ। ਅਤੁੱਲ ਫਿਰ ਨਾ ਤੋਲੇ ਜਾਣ ਵਾਲਾ ਮੋਲਕ ਧਨ ਆ ਇਹ। ਅਤੁੱਲ ਧਨ ਭਾਵ ਤੋਲਣ ਤੋਂ ਰਹਿਤ ਧਨ ਆ, ਬੜਾ ਮਹਿੰਗਾ ਧਨ ਆ ਇਹ। ਵਿੱਦਿਆ ਨਰ ਬਪ ਜਾਣ, ਵਿੱਦਿਆ ਨੂੰ ਤਾਂ ਨਰ ਕਹੀਏ ਮਨੁੱਖ ਦਾ, ਦੂਸਰਾ ਹੀ ਜਿਹੜਾ ਬਪ ਕਹੀਏ ਸਰੀਰ, ਜਾਣ ਕਹੀਏ ਜਨ ਨਾ ਕਰੋ। ਭਾਵ ਜਿਵੇਂ ਬਾਕੀ ਜੂਨੀਆਂ ਨਾਲੋਂ ਮਨੁੱਖਾ ਸਰੀਰ ਉੱਤਮ ਮੰਨਿਆ ਜਾਂਦਾ ਹੈ ਨਾ, ਤਿਵੇਂ ਵਿੱਦਿਆ ਨੂੰ ਸਭ ਤੋਂ ਉੱਤਮ ਮੰਨਣਾ। ਵਿੱਦਿਆ ਦੇ ਮੰਨ ਲਓ ਨਰ ਕਹੀਏ ਪੁਰਸ਼ ਦਾ ਦੂਸਰਾ ਸਰੀਰ ਜਾਣ ਲੈਣਾ ਕਰੋ। ਜੇ ਵਿੱਦਿਆ ਨਹੀਂ ਨਾ ਹੈਗੀ ਤਾਂ ਕੋਈ ਪੱਲੇ ਨਹੀਂ ਹੈ। ਇਹ ਬੰਦੇ ਦਾ ਦੂਸਰਾ ਸਰੀਰ ਆ ਵਿੱਦਿਆ। ਕਿੱਡੀ ਵੱਡੀ ਗੱਲ। ਵਿੱਦਿਆ ਜਿਹੜੀ ਹੈ ਨਾ ਉਹ ਕੀ ਆ ਵੀ ਧਨ ਦੇਣ, ਇੱਕ ਤਾਂ ਅਤੁੱਲ ਧਨ ਲਿਖਿਆ ਨਾ, ਤੋਲਣ ਤੋਂ ਰਹਿਤ ਧਨ ਦਿੰਦੀ ਆ। ਕਿੰਨਾ ਸਤਿਕਾਰ ਕਰਦੇ ਜਿਹੜੇ ਵਿਦਵਾਨ, ਉਹਨਾਂ ਨੂੰ ਲੋਕ ਇੱਦਾਂ ਹੀ ਤੁਰੇ ਜਾਂਦੇ, 500 ਰੁਪਈਆ 1000 ਰੁਪਈਆ ਦੇ ਜਾਂਦੇ। ਮਾਤੜਾ ਨੂੰ ਵੀ ਕਈ ਦੇ ਜਾਂਦੇ, ਨਾ ਕੁਝ ਪੱਲੇ ਹੈ ਨਾ ਹੋ, ਤਾਂ ਵੀ ਇੱਕ ਵਿਦਵਤਾ ਤੌਰ 'ਤੇ, ਵਿਦਵਾਨੀ ਤੌਰ 'ਤੇ ਸਮਝਦੇ ਆ। ਚਲੋ ਆਪਣੇ ਕੋਈ ਦੀ ਵਿਦਵਾਨੀ ਨਹੀਂ ਹੈਗੀ, ਫਿਰ ਵੀ ਸਤਿਕਾਰ ਕਰਦੇ। ਅਤੁੱਲ ਧਨ ਦੇਂਦੀ ਹੈ ਪ੍ਰਤੱਖ। ਇਹ ਪੰਡਿਤ ਹਰਦਿਆਲ ਜੀ ਨੇ ਜੋ ਲਿਖੇ ਬਚਨ ਸੱਚ ਹੈ। ਵਿੱਦਿਆ ਨਰ ਬਪ ਜਾਣ, ਇਹ ਵਿੱਦਿਆ ਕੀ ਆ, ਸਰੀਰ ਮਨੁੱਖ ਦਾ ਦੂਸਰਾ ਜਾਣ ਲਓ। ਕਿਵੇਂ? ਕਿਉਂਕਿ ਵਿੱਦਿਆ ਹੀ ਆਤਮਾ ਦਾ ਗਿਆਨ ਦਿੰਦੀ ਹੈ, ਅਤੇ ਜਦੋਂ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ, ਉਹ ਆਤਮਾ ਵੀ ਸਾਨੂੰ ਪ੍ਰਾਪਤ ਹੋ ਜਾਂਦੀ। ਇਸ ਕਰਕੇ ਵਿੱਦਿਆ ਜਿਹੜੀ ਆ ਮਨੁੱਖ ਦਾ ਦੂਸਰਾ ਸਰੀਰ ਸਮਝ ਲੈਣਾ ਕਰੋ। ਵਿੱਦਿਆ ਜਸ ਸੁਖ ਭੋਗ ਦੇ, ਫਿਰ ਕਹਿੰਦੇ ਵਿੱਦਿਆ ਜਸ ਸੁਖ ਭੋਗ ਦੇ। ਵਿੱਦਿਆ ਜਸ ਵੀ ਦਿੰਦੀ, ਵਡਿਆਈ ਵੀ ਦਿੰਦੀ,
ਕਹਿੰਦੇ ਬਹੁਤ ਵਿਦਵਾਨ ਹੈ। ਜਦੋਂ ਵਡਿਆਈ ਹੁੰਦੀ ਫਿਰ ਸੁੱਖ ਦੇ ਨਾਲ ਹੀ ਆਪੇ ਹੈਗਾ ਹੀ। ਹਾਂਜੀ, ਸੁੱਖ ਵੀ ਦਿੰਦੀ। ਭੋਗ ਦੇ ਅੱਡ ਪਾਠ ਕਰਨਾ। ਭੋਗ ਕਹੀਏ ਪਦਾਰਥ ਵੀ, ਦੇ ਕਹੀਏ ਦੇਣਾ ਕਰਦੀ। ਵਿਦਿਆ ਗੁਰਮਾਨ, ਵਿਦਿਆ ਨੂੰ ਤਾਂ ਭਾਈ ਗੁਰੂ ਦਾ ਵੀ ਗੁਰੂ ਮੰਨਣਾ ਕਰੋ। ਵਿਦਿਆ ਵਿਦਿਆ ਨੂੰ ਨਾ ਗੁਰ ਕਹੀਏ, ਗੁਰੂ ਦਾ ਵੀ ਗੁਰੂ ਮੰਨਣਾ ਕਰੋ। ਅਥਵਾ ਵਿਦਿਆ ਗੁਰਮਾਨ, ਵਿਦਿਆ ਜਿਹੜੀ ਹੈ ਨਾ ਗੁਰ ਨਾਮ ਵੱਡੇ ਦਾ, ਵੱਡੇ ਤੋਂ ਵੱਡਾ ਗੁਰ ਵੱਡੇ ਤੋਂ ਵੱਡਾ ਜਿਹੜਾ ਮਾਨ ਦਿਵਾਉਣਾ ਕਰਦੀ ਹੈ। ਮਾਨ ਕਹੀਏ ਸਤਿਕਾਰ, ਵਿਦਿਆ ਜਿਹੜੀ ਹੈ ਨਾ ਗੁਰ ਕਹੀਏ ਵੱਡਾ ਅਤੇ ਗੁਰ ਕਹੀਏ ਵੱਡਾ, ਵੱਡੇ ਤੋਂ ਵੱਡਾ ਮਾਨ ਸਨਮਾਨ ਦੇਣਾ ਕਰਦੀ। ਅਤੇ ਇਹ ਵੀ ਆ ਵੀ ਇਹ ਮਾਨ ਕਹੀਏ ਮੰਨਣਾ ਕਰੋ ਕਿ ਵਿਦਿਆ ਹੀ ਮਨੁੱਖਾਂ ਲਈ ਗੁਰ ਕਹੀਏ ਵੱਡਾ ਅਤੇ ਗੁਰ ਕਹੀਏ ਵੱਡਾ ਗੁਰੂ ਹੈ। ਜਾਂ ਵੀ ਵਿਦਿਆ ਹੀ ਮਨੁੱਖ ਨੂੰ ਗੁਰ ਕਈ ਵੱਡਿਆਂ ਦਾ ਵੱਡਾ ਕਰ ਦੇਣਾ ਕਰਦੀ ਹੈ। ਮਾਣ ਕੇ ਮੰਨ ਲੈਣਾ ਕਰੋ, ਜਾਂ ਮਾਣ ਕੇ ਮੰਨ ਲੈਣਾ ਕਰੋ ਵੀ ਜਿਹੜਾ ਵਿਦਿਆ ਨਾ ਇਹ ਭਾਈ ਮਨੁੱਖ ਲਈ ਤਾਂ ਜਿਹੜਾ ਨਾ ਗੁਰ ਕਹੀਏ ਵੱਡਾ, ਗੁਰ ਕਹੀਏ ਗੁਰੂ ਹੈ। ਵਿਦਿਆ ਬੰਧ ਪਰਦੇਸ ਮੈਂ, ਫਿਰ ਇਹਦਾ ਹੋਰ ਹਲ ਦੱਸਣ ਲੱਗੇ ਹੁਣ ਵੀ ਵਿਦਿਆ ਹੋਰ ਕੀ ਕਰਦੀ। ਹੁਣ ਹੋਰ ਪੰਡਿਤ ਹਰਦਿਆਲ ਜੀ ਉਚਾਰ ਰਹੇ ਹੈ ਦੋਹਰੇ ਵਿੱਚ, ਵਿਦਿਆ ਬੰਧ ਪਰਦੇਸ ਮੈਂ। ਕਹਿੰਦੇ ਵੀ ਵਿਦਿਆ ਵੇਖੋ ਕਿੰਨੀ ਸਹਾਇਤਾ ਕਰਦੀ ਆ। ਵਿਦਿਆ ਜਿਹੜਾ ਪਰਾਇਆ ਦੇਸ਼, ਪਰ ਕਹੀਏ ਪਰਾਇਆ ਦੇਸ਼ ਕਈ ਦੇਸ਼, ਪਰਾਇਆ ਦੇਸ਼ ਇਲਾਕਾ ਬਗਾਨਾ ਮੁਲਕ ਆ, ਉਹਦੇ ਵਿੱਚ ਹੀ ਬੰਧ ਕਹੀਏ ਸੰਬੰਧੀ ਰਿਸ਼ਤੇਦਾਰਾਂ ਵਾਂਗ ਗਿਆ ਹੈ। ਭਾਵ ਜਿਵੇਂ ਆਪਣੇ ਦੇਸ਼ ਵਿੱਚ ਸੰਬੰਧੀ ਸੇਵਾ ਕਰਦੇ, ਤਿਵੇਂ ਵਿਦਵਾਨ ਪੁਰਖ ਦੀ ਵਿਦਵਤਾ ਦੇ ਕੇ ਪ੍ਰਦੇਸ਼ ਵਿੱਚ ਵੀ ਲੋਕ ਸੰਬੰਧੀਆਂ ਨਾਲੋਂ ਵੀ ਵੱਧ ਸੇਵਾ ਕਰਦੇ ਆ। ਰਿਸ਼ਤੇਦਾਰ ਹਲੇ ਕਹਿੰਦੇ ਆ ਅਤੇ ਨੰਗ ਬਣਾ ਗਿਆ, ਪਰ ਬਾਹਰ ਲੋਕ 100 ਗੁਣਾ ਪੂਜਦੇ, ਮਾਇਆ ਦਿੰਦੇ, ਸਤਿਕਾਰ ਕਰਦੇ। ਆਪਣੇ ਵਿਦਵਾਨ ਦੇਸ਼ਾਂ ਵਿਦੇਸ਼ਾਂ ਜਾ ਰਹੇ ਹਨ ਅਤੇ ਕਿੰਨਾ ਉਹਨਾਂ ਦਾ ਸਤਿਕਾਰ ਉੱਥੇ ਹੁੰਦਾ। ਬਾਹਰ ਹਾਰ ਲੈ ਕੇ ਖਲੋਤੇ ਹੁੰਦੇ ਏਅਰਪੋਰਟ ਦੇ ਉੱਤੇ। ਵਿਦਿਆ ਐਵੇਂ ਪ੍ਰਦੇਸ਼ਾਂ ਵਿੱਚ ਬੰਦ ਕਹੀਏ ਸੰਬੰਧੀਆਂ ਰਿਸ਼ਤੇਦਾਰਾਂ ਤੋਂ ਹੀ ਵੱਧ ਹੀ ਆ, ਇਸ ਤਰ੍ਹਾਂ ਵੀ ਅਰਥ ਲਾ ਸਕਦੇ, ਜਾਂ ਸੰਬੰਧੀਆਂ ਵਾਂਗ। ਵਿਦਿਆ ਦੇਵ ਵਿਸੇਖ, ਵਿਦਿਆ ਤਾਂ ਵਿਸੇਖ ਕਹੀਏ ਵੱਡਾ, ਦੇਵ ਕਹੀਏ ਦੇਵਤਾ ਰੂਪ ਹੈ, ਜਾਂ ਵਿਸ਼ੇਸ਼ ਸੇਖ ਕਹੀਏ ਵਿਸ਼ੇਸ਼ ਕਰਕੇ ਦੇਵਤਾ ਰੂਪ ਹੈ। ਇਵੇਂ ਵੀ ਅਰਥ ਲੱਗ ਜਾਂਦਾ ਕਿ ਜਿਵੇਂ ਕਿਸੇ ਨੇ ਦੇਵਤਾ ਵਿਸੇਖ ਕਹੀਏ, ਵਿਸੇਖ ਦਾ ਅਰਥ ਸਿੱਧ, ਜਿਵੇਂ ਕਿਸੇ ਨੇ ਦੇਵਤਾ ਸਿੱਧ ਕੀਤਾ ਹੁੰਦਾ ਹੈ, ਉਹ ਦੇਵਤਾ ਉਸ ਮਨੁੱਖ ਦਾ ਕਾਰਜ ਸਵਾਰ ਦਿੰਦਾ ਜਿਹੜਾ ਦੇਵਤਾ ਵਿਸੇਖ ਕਹੀਏ ਸਿੱਧ ਕੀਤਾ ਹੋਏ। ਤਿਵੇਂ ਜਿਹੜਾ ਵਿਦਿਆ ਕਹੀਏ, ਤਿਵੇਂ ਜਿਹੜਾ ਵਿਦਵਾਨ ਪੁਰਖ ਆ ਨਾ, ਵਿਦਵਾਨ ਪੁਰਖਾਂ ਨੇ ਵਿਦਿਆ ਹੀ ਦੇਵਤਾ ਸਿੱਧ ਦੇ ਸਦਰਸ਼ ਮੰਨੀ, ਜੋ ਵਿਦਵਾਨ ਪੁਰਖਾਂ ਦੇ ਸਾਰੇ ਕਾਰਜ ਸਵਾਰ ਦਿੰਦੀ, ਅਥਵਾ ਵਿਸੇਖ ਕਹੀਏ ਵਿਸ਼ੇਸ਼ ਕਰਕੇ ਵਿਦਿਆ ਹੀ ਦੇਵਤਾ ਹੀ ਆਪਾਂ ਪਹਿਲਾਂ ਹੀ ਦੱਸ ਦਿੱਤਾ। ਅਰਥ ਐਵੇਂ ਸਮਝ ਲੈਣਾ ਕਿ ਜਿਵੇਂ ਵੀ ਦੇਵਤਾ ਕਿਸੇ ਨੇ ਵਿਸ਼ੇਖ ਕਹੀਏ ਸਿੱਧ ਕੀਤਾ ਹੁੰਦਾ ਅਤੇ ਦੇਵਤਾ ਸਾਰੇ ਕੰਮ ਉਹਦੇ ਕਰਦਾ, ਤਿਵੇਂ ਵਿਦਵਾਨ ਪੁਰਖਾਂ ਨੇ ਜਿਹੜੀ ਵਿਦਿਆ ਨਾ ਉਹਨੂੰ ਹੀ ਜਿਹੜਾ ਦੇਵ ਕਹੀਏ ਦੇਵਤਾ ਮੰਨ ਕੇ ਵਿਸ਼ੇਖ ਕਹੀਏ ਸਿੱਧ ਕੀਤਾ ਹੋਇਆ। ਆ ਪੂਰੀ ਮੁਕੰਮਲ ਤੌਰ 'ਤੇ ਪੜ੍ਹੇ ਹੋਏ, ਉਹਨੂੰ ਸਿੱਧ ਕਰਕੇ ਅਤੇ ਉਹਨਾਂ ਦਾ ਜਿਹੜਾ ਹੈ ਵਿਦਿਆ ਦਾ ਫਲ ਲੈ ਰਹੇ ਆ। ਸਾਰੇ ਉਹਨਾਂ ਦੇ ਕਾਰਜ ਸਵਾਰੇ ਜਾਂਦੇ। ਕਹਿੰਦੇ ਹੀ ਆ ਬੜਾ ਵਿਦਵਾਨ ਹੈ, ਦੁਨੀਆ ਸੱਦਦੀ ਪੈਸੇ ਭਰਦੀ ਉਹਨਾਂ ਦੇ। ਪੂਜ ਨਿਰਪੋਂ ਕਰ ਅਗਹਤੀ, ਫਿਰ ਉਹ ਵਿਦਿਆ ਨਿਰਪੋਂ ਕਹੀਏ ਰਾਜਿਆਂ, ਕਰ ਕਹੀਏ ਕਰਕੇ, ਪੂਜ ਕਹੀਏ ਪੂਜਾ ਕਰਵਾਉਂਦੀ ਹੈ। ਭਾਵ ਜਿਹੜਾ ਵਿਦਵਾਨ ਆ ਨਾ, ਵਿਦਵਾਨ ਪੁਰਖਾਂ ਦਾ ਰਾਜਿਆਂ ਦੇ ਬਰਾਬਰ ਅਤੇ ਰਾਜਿਆਂ ਦੇ ਦਰਬਾਰ ਵਿੱਚ ਭਾਰੀ ਸਨਮਾਨ ਕੀਤਾ ਜਾਂਦਾ। ਪੂਜ ਨਿਰਪੋਂ ਕਰ, ਨਿਰਪੋਂ ਕਹੀਏ ਰਾਜਿਆਂ ਕਰਕੇ ਵੀ ਨਾ, ਰਾਜਿਆਂ ਦੇ ਸਨਮਾਨ ਹੋ ਕਰਕੇ ਪੂਜ ਕਹੀਏ ਪੂਜਾ ਕਰਾਉਂਦੀ ਹੈ।
ਅਤੇ ਰਾਜਿਆਂ ਦਰਬਾਰ ਵਿੱਚ ਰਾਜੇ ਵੀ ਜਿਹੜੇ ਆ ਵਿੱਦਿਆ ਕਰਕੇ ਪੂਜਾ ਕਰਦੇ ਹਨ। ਇਸ ਤਰ੍ਹਾਂ ਫਲ ਦਿੰਦੀ ਵਿੱਦਿਆ। ਆਗ ਹਤੀ, ਫਿਰ ਇਹ ਵਿੱਦਿਆ ਆਗ ਕਹੀਏ ਪਾਪਾਂ ਨੂੰ, ਹਤੀ ਕਹੀਏ ਨਾਸ਼ ਕਰਨ ਵਾਲੀ। ਜਦੋਂ ਨਿਸ਼ਕਾਮ ਪੜ੍ਹਾਉਣਾ ਕਰਦਾ ਹੈ ਕੋਈ ਵਿਦਿਆਰਥੀ ਗੁਰੂ ਉਸਤਾਦ ਬਣ ਕੇ, ਨਿਸ਼ਕਾਮ ਪੜ੍ਹਾਉਣ ਨਾਲ ਪਾਪਾਂ ਨੂੰ ਨਾਸ਼ ਕਰ ਦਿੰਦੀ ਹੈ। ਸਿੱਖ ਨੂੰ ਇੱਕ ਸ਼ਬਦ ਸਿਖਾਉਣ ਦਾ ਕਿੰਨਾ ਫਲ ਆ ਕਿ 7 ਮੰਦਰ ਕਚਣਗੇ ਉਸਾਰ ਦੀਨ ਤੈਸਾ ਫਲ, ਸਿੱਖ ਇੱਕ ਸ਼ਬਦ ਸਿਖਾਏਗਾ। ਕਿੰਨਾ ਫਲ ਆ। ਜਿਹੜਾ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾ ਦੂ ਕਿਉਂ ਨਾ ਬੈਕੁੰਠ ਜਾਊ। ਪਾਪਾਂ ਨੂੰ ਨਾਸ਼ ਕਰ ਦੂ ਬ੍ਰਹਮ ਵਿੱਦਿਆ। ਆਗ ਵਿੱਦਿਆ ਪਾਪਾਂ ਨੂੰ ਹਤੀ ਕਹੀਏ ਨਾਸ਼ ਕਰ ਦਿੰਦੀ। ਅਤੇ ਵਿੱਦਿਆ ਬਿਨ ਪਸ ਦੇਖ, ਇਸ ਕਰਕੇ ਤੇ ਭਾਈ ਵਿੱਦਿਆ ਤੋਂ ਬਿਨ ਕਹੀਏ ਬਗੈਰ ਮਨੁੱਖ ਨੂੰ, ਜਿਹੜਾ ਨਾ ਵਿੱਦਿਆ ਤੋਂ ਬਿਨਾਂ ਬਗੈਰ ਮਨੁੱਖ ਨੂੰ ਪਸ ਕਹੀਏ ਪਸ਼ੂਆਂ ਦੀ ਨਿਆਈ ਦੇਖ ਕੇ ਦੇਖਣਾ ਕਰੋ। ਭਾਵ ਜਿਸ ਮਨੁੱਖ ਨੇ ਜਨਮ ਲੈ ਕੇ ਮਨੁੱਖਾ ਸਰੀਰ ਪਾ ਕੇ ਵਿੱਦਿਆ ਹੀ ਨਹੀਂ ਪੜ੍ਹੀ, ਉਹ ਜੀ ਪਸ਼ੂ ਆ। 2 ਲੱਤਾਂ ਵਾਲਾ ਪਸ਼ੂ ਮਾਨੋ ਕਰਤੂਤ ਪਸ਼ੂ ਕੀ ਮਾਨਸ ਜਾਤ। ਸਮਝ ਲਓ ਕਿ ਇਹ ਕੁਝ ਪੂਛ ਹੀ ਨਹੀਂ ਲੱਗੀ ਦਿਖ ਰਹੀ ਹੈ, ਪਰ ਉਹ ਪੂਰਾ ਹੀ ਡੰਗਰ ਹੀ ਹੈ। ਕਿਉਂਕਿ ਪਸ਼ੂ ਦੇ ਸਿੰਗ ਹੁੰਦੇ ਨੇ, ਪੂਛ ਵੀ ਹੁੰਦੀ ਹੈ। ਅਤੇ ਇਹ ਵੀ ਪਸ਼ੂ ਹੀ ਆ ਜਿਹਨੇ ਵਿੱਦਿਆ ਨਹੀਂ ਪੜ੍ਹੀ। ਸਮਝ ਲਓ 2 ਲੱਤਾਂ ਵਾਲਾ ਪੂਛੋਂ ਬਗੈਰ ਡੰਗਰ ਤੁਰਿਆ ਫਿਰਦਾ। ਦੇਖ ਕੇ ਇਹ ਦੇਖਣਾ ਕਰੋ। ਵਿੱਦਿਆ ਬਿਨ ਪਸ ਦੇ, ਵਿੱਦਿਆ ਤੋਂ ਬਿਨਾਂ ਪਸ਼ੂ ਦੇਖਣਾ ਕਰੋ। ਨਿੰਦਰਾ ਭੋਜਨ ਭੋਗ ਭੈ, ਨਿੰਦਰਾ ਕਹੀਏ ਨੀਂਦ। ਹੁਣ ਇਹ ਦੋਹਰੇ ਵਿੱਚ ਹੋਰ ਦਰਸਾ ਰਹੇ। ਨੀਂਦ ਕਹੀਏ ਸੌਣਾ, ਨਿੰਦਰਾ ਨੀਂਦ ਸੌਣਾ। ਭੋਜਨ ਖਾਣਾ, ਭੋਗ ਕਹੀਏ ਗ੍ਰਹਿਸਥ ਕਰਨਾ, ਭੈ ਕਹੀਏ ਡਰਨਾ। ਇਹ ਪਸ ਪੁਰਖ ਸਮਾਨ, ਕਹਿੰਦੇ ਇਹ ਪਸ਼ੂਆਂ ਅਤੇ ਪੁਰਖ ਕਹੀਏ ਮਨੁੱਖਾਂ ਵਿੱਚ ਇੱਕ ਸਮਾਨ, ਇੱਕ ਬਰਾਬਰ ਹੀ। ਭਾਵ ਜਿਵੇਂ ਮਨੁੱਖ ਨੂੰ ਨੀਂਦ ਆਉਂਦੀ ਤਿਵੇਂ ਪਸ਼ੂਆਂ ਨੂੰ ਵੀ ਨੀਂਦ ਆਉਂਦੀ। ਜਿਵੇਂ ਮਨੁੱਖ ਭੋਜਨ ਖਾ ਕੇ ਤ੍ਰਿਪਤ ਹੁੰਦਾ, ਤਿਵੇਂ ਪਸ਼ੂ ਵੀ ਘਾਹ ਪੱਠਾ ਖਾ ਕੇ ਖੁਸ਼ ਹੁੰਦਾ। ਜਿਵੇਂ ਮਨੁੱਖ ਹੁਣ ਭੋਗ ਕਹੀਏ ਗ੍ਰਹਿਸਥ ਧਰਮ ਵਿੱਚ ਪ੍ਰਵੇਸ਼ ਹੁੰਦਾ, ਭੋਗ ਭੋਗਦਾ, ਤਿਵੇਂ ਪਸ਼ੂ ਵੀ ਭੋਗ ਭੋਗਦੇ। ਹਾਂਜੀ, ਹੁਣ ਜਿਵੇਂ ਮਨੁੱਖ ਜਿਹੜਾ ਹੈ ਡੰਡੇ ਕੇ ਹਥਿਆਰ ਰੋੜੇ ਤੋਂ ਡਰਦਾ, ਤਿਵੇਂ ਪਸ਼ੂ ਵੀ ਡੰਡੇ ਰੋੜੇ ਇੱਟੇ ਤੋਂ ਡਰਦੇ। ਅਤੇ ਇਹ ਪਸ ਪੁਰਖ ਸਮਾਨ ਹੈ ਅਤੇ ਪਸ਼ੂ ਅਤੇ ਬੰਦੇ ਵਿੱਚ ਇੱਕ ਸਮਾਨ ਹੀ ਆ। ਇਹਦੇ ਵਿੱਚ ਇਹ ਸਮਾਨ ਗੁਣ ਆ ਡੰਗਰ ਅਤੇ ਪਸ਼ੂ ਵਿੱਚ, ਡੰਗਰ ਪਸ਼ੂ ਅਤੇ ਮਨੁੱਖ ਵਿੱਚ। ਨਰਨ ਗਿਆਨ ਨਿਜ ਅਦਿਕਤਾ, ਅਤੇ ਪਰ ਕਹਿੰਦੇ ਵਿਸ਼ੇਸ਼ਤਾ ਕੀ ਆ ਮਨੁੱਖ ਵਿੱਚ। ਮਨੁੱਖਾਂ ਵਿੱਚ ਨਰਨ ਕਹੀਏ ਮਨੁੱਖਾਂ ਵਿੱਚ ਨਿਜ ਕਹੀਏ ਜਿਹੜਾ ਆਪਣੇ ਸਰੂਪ ਦੇ ਗਿਆਨ ਦੀ ਅਦਿਕਤਾ ਕਹੀਏ ਵਿਸ਼ੇਸ਼ਤਾ ਹੈ। ਭਾਵ ਮਨੁੱਖ ਨੂੰ ਜਿਹੜਾ ਆਪਣੇ ਆਪ ਦਾ ਗਿਆਨ ਹੈ ਨਾ ਕਿ ਮੈਂ ਗੰਦੇ ਥਾਂ ਨਹੀਂ ਬਹਿਣਾ। ਪਸ਼ੂ ਵਿਚਾਰਾ ਜਿੱਥੇ ਮਰਜ਼ੀ ਬਹਿ ਜਾਂਦਾ ਮਜਬੂਰ ਹੋਇਆ। ਹਾਂਜੀ, ਜਿੱਥੇ ਮਰਜ਼ੀ ਉਹ ਮੂੰਹ ਮਾਰ ਲੱਗ ਪੈਂਦਾ, ਆਪਾਂ ਧੋ ਕੇ ਖਾਂਦੇ। ਮਨੁੱਖਾਂ ਵਿੱਚ ਜਿਹੜਾ ਆਪਣੇ ਸਰੂਪ ਦੇ ਗਿਆਨ ਦੀ ਅਦਿਕਤਾ ਵਿਸ਼ੇਸ਼ਤਾ, ਭਾਵ ਮਨੁੱਖਾ ਸਰੀਰ ਵਿੱਚ ਆਪਣੇ ਸਰੂਪ ਨੂੰ ਇਹ ਜਿਹੜਾ ਜਿਵੇਂ ਹੱਥ ਦੇ ਔਲਾ ਹੁੰਦਾ, ਇਹਦੇ ਸਮਾਨ ਜਾਣ ਲੈਣਾ, ਇਹੋ ਹੀ ਮਨੁੱਖਾਂ ਵਿੱਚ ਮਨੁੱਖ ਗੁਣ ਹੈ। ਆਪਣੇ ਸਰੂਪ ਦੇ ਗਿਆਨ ਤੋਂ ਬਿਨਾਂ ਮਨੁੱਖ ਨੂੰ ਵੀ ਪਸ਼ੂਵਾਤੀ ਜਾਣ ਕਹੀਏ ਜਾਣਨਾ ਕਰੋ। ਗਿਆਨ ਬਿਨਾਂ ਪਸ ਜਾਣ, ਗਿਆਨ ਤੋਂ ਬਿਨਾਂ ਜੇ ਜੀਵ ਆ ਮਨੁੱਖ ਹੈ ਤਾਂ ਪਸ਼ੂ ਜਾਣ ਲੈਣਾ ਕਰੋ। ਮਨੁੱਖ ਵਿੱਚ ਪਸ਼ੂ ਨਾਲੋਂ ਅਧਿਕਤਾ ਇਹੋ ਹੀ ਆ ਕਿ ਮਨੁੱਖ ਬੋਧ ਪ੍ਰਾਪਤ ਕਰ ਸਕਦਾ। ਧਰਮ ਗ੍ਰੰਥ ਪੜ੍ਹ ਕੇ, ਧਰਮ ਵਿੱਚ ਪ੍ਰਵਿਰਤ ਹੋ ਕੇ, ਕਿਸੇ ਉਸਤਾਦ ਗੁਰੂ ਤੋਂ ਵਿੱਦਿਆ ਪੜ੍ਹ ਕੇ ਮਨੁੱਖ ਗਿਆਨਵਾਨ ਹੋ ਸਕਦਾ ਅਤੇ ਵਿੱਦਿਆ ਪ੍ਰਾਪਤ ਕਰ ਸਕਦਾ। ਪਰ ਜੇਕਰ ਮਨੁੱਖ ਕੋਲ ਬੋਧ ਗਿਆਨ ਹੀ ਨਹੀਂ ਹੈਗਾ, ਆਤਮ ਸਰੂਪ ਦੇ ਕੀ ਜਾਣਨਾ, ਜਦੋਂ ਉਹਦੇ ਬੜੀ ਵੱਡੀ ਤਾਕਤ ਆ। ਮਤਲਬ ਮਨੁੱਖ ਜਨਮ ਪਾ ਕੇ ਵਿੱਦਿਆ ਵੀ ਨਹੀਂ ਪੜ੍ਹੀ ਹੈ ਤਾਂ ਪਸ਼ੂ ਨਾਲੋਂ ਅਦਿਕਤ ਵੱਡਾ ਪਸ਼ੂ ਜਾਣੋ। ਨਰਨ ਗਿਆਨ ਤੋਂ ਬਿਨਾਂ ਨਿਜ ਅਦਿਕਤਾ, ਇੱਦਾਂ ਵੀ ਅਰਥ ਲੱਗ ਜਾਂਦਾ
ਕਿ ਨਰ ਦੀ ਗਿਆਨ ਨਾਲ ਆਪਣੇ ਗਿਆਨ ਨਾਲ ਹੀ ਬਹੁਤੀ ਅਧਿਕਤਾ, ਜਿਹੜਾ ਉਹਦੇ ਕੋਲ ਗਿਆਨ ਆ, ਉਹਨੂੰ ਪਾਉਣ ਹੰਡਾਉਣ ਖਾਣ ਦਾ, ਤੁਰਨ ਫਿਰਨ ਦਾ, ਵਰਤਣ ਦਾ ਸਭ ਪਤਾ। ਪਰ ਜੇ ਮਨੁੱਖ ਮਨੁੱਖ ਗਿਆਨ ਤੋਂ ਬਿਨਾਂ ਅਤੇ ਉਹ ਗਿਆਨ ਤੋਂ ਬਿਨਾਂ ਅਤੇ ਉਹਨੂੰ ਪਸ਼ੂਆਂ ਦਾ ਵੀ ਪਸ਼ੂ ਵੱਡਾ ਹੀ ਜਾਣਦਾ। ਗੁਰਬਾਣੀ ਅੰਦਰ ਵੀ ਇਹੋ ਜਿਹੇ ਮਨੁੱਖਾਂ ਨੂੰ ਪਸ਼ੂ ਕਥਨ ਕੀਤਾ ਮਹਾਰਾਜ ਜੀ ਨੇ, ਵੀ ਜੇ ਉਹ ਆਪਣੇ ਸਵੈ ਸਰੂਪ ਦੀ ਪ੍ਰਾਪਤੀ ਨਹੀਂ ਕਰਦੇ ਸਾਡੇ ਵਰਗੇ, ਹਾਂਜੀ, ਅਤੇ ਮਹਾਰਾਜ ਕਹਿੰਦੇ ਜੋ ਨਾ ਭਜੰਤੇ ਨਾਰਾਇਣਾ ਤਿਨ ਕਾ ਮੈਂ ਨਾ ਕਰੂੰ ਦਰਸ਼ਨਾ, ਜਿਨ ਕੇ ਭੀਤਰ ਹੈ ਅੰਤਰਾ, ਜੈਸੇ ਪਸ ਤੈਸੇ ਹੋਏ ਨਰਾ। ਅਤੇ ਸਾਡੇ ਨਾਲੋਂ ਜਿਹਦੇ ਪਸ਼ੂ ਵੀ ਚੰਗੇ, ਉਂਝ ਕਰਤੂਤ ਪਸ਼ੂ ਵੀ ਮਾਨਸ ਜਾਤ, ਪਰ ਸਾਡੇ ਨਾਲੋਂ ਪਸ਼ੂ ਵੀ ਚੰਗੇ ਆ, ਕਿਉਂਕਿ ਭਗਤ ਕਬੀਰ ਜੀ ਕਹਿੰਦੇ ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੇ। ਮਨੁੱਖ ਮਰਦਾ ਅਤੇ ਕਿਸੇ ਕੰਮ ਦਾ ਨਹੀਂ ਸਵਾਦ ਬਣ ਜਾਂਦੀ, ਥੋੜ੍ਹੀ ਕੌਲੀ ਅਤੇ ਸੋਟਾ ਹੀ ਦੀ ਕਿਸੇ ਕੰਮ ਦੀ। ਪਸ਼ੂ ਮਰ ਜੇ 10 ਕਾਜ ਸਵਾਰਦਾ, ਚਮੜਾ ਬਣਦਾ, ਕਈ ਦਵਾਈਆਂ ਬਣ ਜਾਂਦੀਆਂ ਉਹਦੇ ਹੱਡਾਂ ਦੀਆਂ, ਅਤੇ ਉਹਦਾ ਮਾਸ ਕੁੱਤੇ ਖਾ ਲੈਂਦੇ, ਇੱਲਾਂ ਖਾ ਲੈਂਦੀਆਂ, ਕਿੰਨਾ ਚਮੜੇ ਦੇ ਜੁੱਤੀਆਂ ਆਦਿਕ ਬਣਦੀਆਂ, ਬੈਲਟਾਂ ਬੁਲਟਾਂ ਸਭ ਕੁਝ, ਕਿੰਨਾ ਕੰਮ ਸਵਾਰਦਾ, 10 ਕਾਜ ਸਵਾਰਦਾ ਪਸ਼ੂ। ਗੁਰਬਾਣੀ ਦਾ ਫਰਮਾਨ ਹੈ ਪਸ਼ੂ ਮਿਲੈ ਚੰਗਿਆਈਆ, ਖੜ ਖਾਵੈ ਅੰਮ੍ਰਿਤ ਦੇ। ਕਿ ਪਸ਼ੂ ਨੂੰ ਚੰਗਿਆਈਆਂ ਮਿਲਦੀਆਂ ਵਾ, ਖੜ ਕੇ ਘਾਹ ਖਾ ਕੇ ਵੇਖੋ ਅੰਮ੍ਰਿਤ ਵਰਗਾ ਦੁੱਧ ਦਿੰਦੇ। ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਨਾਮ ਤੋਂ, ਪਰ ਕਿਉਂਕਿ ਗੁਰੂ ਪਾਸੋਂ ਗਿਆਨ ਨਹੀਂ ਲਿਆ। ਗੁਰਬਿਨ ਗਿਆਨ ਨਾ ਹੋਏ, ਗਿਆਨੀ ਗੁਰਬਿਨ ਗਿਆਨ ਨਾ ਹੋਏ। ਮਨ ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਗੁਰਬਿਨ ਘੋਰ ਅੰਧਾ, ਅਤੇ ਉਹ ਗਿਆਨ ਤੋਂ ਬਿਨਾਂ ਨਾਮ ਨਹੀਂ ਜਪ ਸਕੀਦਾ। ਅਤੇ ਨਾਮ ਵਿਹੂਣੇ ਆਦਮੀ ਲਾਹਨਤਾਂ ਵਾਲੇ ਜੀਵਨ ਵਿੱਚ ਰਹਿ ਕੇ ਕਰਮ ਕਰਦੇ ਮਾੜੇ, ਇਸ ਕਰਕੇ ਉਹ ਪਸ਼ੂ ਵੱਡੇ ਮੰਨੇ ਜਾਂਦੇ ਆ। ਆਪਣੇ ਸਰੂਪ ਦਾ ਜਿਹਨਾਂ ਨੂੰ ਗਿਆਨ ਨਹੀਂ ਹੈ, ਜਾਂ ਵੀ ਮਨੁੱਖ ਦੁਨਿਆਵੀ ਜ਼ਿੰਦਗੀ ਵਿੱਚ ਵੀ ਪੂਰਾ ਗਿਆਨੀ ਨਹੀਂ ਹੈਗਾ, ਤਾਂ ਉਹ ਗਿਆਨ ਤੋਂ ਬਿਨਾਂ ਤਾਂ ਡੰਗਰ ਹੀ ਜਾਣ ਲਓ, ਜਿਹਨੇ ਵਿਦਿਆ ਨਹੀਂ ਹਾਸਲ ਕੀਤੀ, ਗਿਆਨ ਨਹੀਂ ਪ੍ਰਾਪਤ ਕੀਤਾ। ਧਰਮ ਸੀਲ ਤਪ ਦਾਨ ਗੁਣ, ਜੋ ਬਿਨ ਵਿਦਿਆ ਬਿਨ ਜੇ ਜੰਤ। ਧਰਮ ਕਹੀਏ ਵੀ ਧਰਮ ਤੋਂ ਬਿਨਾਂ, ਹਾਂਜੀ, ਸੀਲ ਕਹੀਏ ਚੰਗਾ ਸੁਭਾਅ, ਸ੍ਰੇਸ਼ਟ ਆਚਰਨ ਹੈ, ਆਪਣੇ ਧਰਮ ਵਿੱਚ ਪੱਕਾ ਸੀਲ ਰਹਿਣਾ, ਚੰਗਾ ਸੁਭਾਅ ਰਹਿਣਾ, ਸ਼ਾਂਤ ਸੁਭਾਅ ਰਹਿਣਾ, ਜੀਵਨ ਵੀ ਚੰਗਾ ਹੋਣਾ। ਅਤੇ ਤਪ ਕਹੀਏ ਤਪੱਸਿਆ, ਦਾਨ ਕਹੀਏ ਦਾਨ, ਗੁਣ ਕਹੀਏ ਸ਼ੁਭ ਗੁਣ, ਅਤੇ ਵਿਦਿਆ 14 ਪ੍ਰਕਾਰ ਦੀ ਵਿਦਿਆ ਵਿੱਚ ਕੋਈ ਵਿਦਿਆ, ਇਹਨਾਂ ਤੋਂ ਬਿਨਾਂ, ਵਿਦਿਆ ਬਿਨ ਜੇ ਜੰਤ। ਧਰਮ ਤੋਂ, ਸੀਲ ਸੁਭਾਅ ਤੋਂ, ਤਪ ਤਪੱਸਿਆ ਤੋਂ, ਦਾਨ ਪੁੰਨ ਤੋਂ, ਗੁਣ ਸ਼ੁਭ ਗੁਣਾਂ ਤੋਂ, ਵਿਦਿਆ ਬਿਨਾਂ ਤੋਂ, ਵਿਦਿਆ ਬਿਨ ਜੇ ਜੰਤ। ਜੇ ਕਹੀਏ ਜੋ, ਜੰਤ ਕਹੀਏ ਜੀਵ ਆ। ਮਿਰਤ ਲੋਕ ਖਿਤ ਭਾਰਤੇ, ਅਤੇ ਕਹੀਏ ਉਹ ਜਿਹੜੇ ਜੀਵ ਹੈ ਨਾ, ਇਹੋ ਜਿਹੇ ਬੰਦੇ ਆ, ਉਹ ਤਾਂ ਇਸ ਮਿਰਤ ਲੋਕ ਕਹੀਏ, ਜਿੱਥੇ ਮਿਰਤੂ ਹੁੰਦੀ ਉਹ ਮਿਰਤ ਲੋਕ ਆ। ਮਿਰਤ ਲੋਕ ਕਹੀਏ ਮਾਦ ਲੋਕ ਦੀ ਖੇਤ ਕਹੀਏ, ਜਿਹੜੀ ਧਰਤੀ ਹੈ ਨਾ, ਧਰਤੀ ਉੱਪਰ ਭਾਰ ਆ, ਸਿਰਫ ਭਾਰ ਬੋਝ ਹੀ ਹੋ ਕੇ ਉਹ ਤੁਰੇ ਫਿਰਦੇ। ਨਰ ਬੱਪ ਮ੍ਰਿਗ ਵਿਚਰੰਤ, ਉਸ ਦਾ ਜਿਹੜਾ ਬੱਪ ਕਹੀਏ ਸਰੀਰ ਆ, ਉਹ ਤਾਂ ਭਾਵੇਂ ਦੇਖਣ ਨੂੰ ਨਰ ਕਹੀਏ ਮਨੁੱਖਾਂ ਵਰਗਾ ਲੱਗ ਰਿਹਾ, ਪਰ ਜਿਹੜੇ ਕਰਮ ਹੈ ਨਾ, ਕਰਮਾਂ ਕਰਕੇ ਉਹ ਤਾਂ ਮ੍ਰਿਗ ਕਹੀਏ, ਹਿਰਨ, ਡੰਗਰ, ਪਸ਼ੂ ਆਦਿ ਵਾਂਗ ਹੀ ਸੰਸਾਰ ਵਿੱਚ ਵਿਚਰਤ ਕਹੀਏ, ਵਿਚਰਿਆ ਫਿਰਦਿਆ। ਭਾਵ ਜਿਵੇਂ ਹਿਰਨ ਵਿਚਾਰਾ ਬਣ ਵਿੱਚ ਭਟਕਦਾ ਫਿਰਦਾ, ਤਿਵੇਂ ਗੁਣਹੀਣ ਪੁਰਸ਼ ਸੰਸਾਰ ਰੂਪੀ ਜੰਗਲ ਵਿੱਚ ਭਟਕ ਰਹੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਕਰਮ ਕਮਾਵਣ ਪਸ਼ੂਆਂ ਵਾਲੇ, ਮਾਨਸ ਨਾਮ ਧਰਾਇਆ। ਇਹੋ ਜਿਹੀ ਗੱਲ ਹੋਈ, ਕਰਮ ਕਮਾਉਂਦੇ ਪਸ਼ੂਆਂ ਵਾਲੇ, ਨਾਮ ਮਨੁੱਖ ਰੱਖਿਆ ਹੋਇਆ। ਉਹ ਮਾਦ ਲੋਕ ਦੀ ਖਿੱਦ ਕਹੀ ਧਰਤੀ ਦੇ ਭਾਰ ਆ। ਨਰ ਬੱਪ ਸਰੀਰ ਭਾਵੇਂ, ਬੱਪ ਕਹੀਏ ਸਰੀਰ ਮਨੁੱਖਾਂ ਵਾਲਾ, ਪਰ
ਉਹ ਤੁਰਦੇ ਫਿਰਦੇ ਮਿਰਗ ਗਈਏ, ਹਿਰਨੀ ਵਿਚਰੰਦ ਗਈਏ ਫਿਰ ਰਹੇ। ਸੋ ਅੱਜ ਆਪਾਂ ਇੱਥੇ ਸਮਾਪਤੀ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਇੱਥੇ ਸਮਾਪਤੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ। ਧਰਮ ਸੀਲ ਤਪ ਦਾਨ ਗੁਣ, ਵਿਦਿਆ ਬਿਨ ਜੇ ਜੰਤ, ਮਿਰਤ ਲੋਕ ਖਿਤ ਭਾਰਤੇ, ਨਰ ਬਪ ਮ੍ਰਿਗ ਵਿਚਰੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ